ਧੰਨ ਵਾਹਿਗੁਰੂ ਸਾਹਿਬ ਜੀਓ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਾਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦੇ ਨਾਲ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਦਿਆਂ ਹੋਇਆਂ ਪੰਜਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦ੍ਰਿੜ ਕਰਾ ਰਹੇ ਨੇ, ਇਸ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਦੇ ਨਾਲ ਫਤਿਹ ਨੂੰ ਬੁਲੰਦ ਆਵਾਜ਼ ਦੇ ਵਿੱਚ ਪ੍ਰਵਾਨ ਕਰੀਏ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੀ ਪੌੜੀ ਦੇ ਵਿੱਚ ਆਪਾਂ ਇੱਕ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਸੀ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸੋ ਇਸ ਪ੍ਰਕਰਨ ਨੂੰ ਹੀ ਅੱਗੇ ਤੋਰਦਿਆਂ ਹੋਇਆਂ, ਕਿਉਂਕਿ ਜਦੋਂ ਆਪਾਂ ਪਾਵਨ ਬਾਣੀ ਨੂੰ ਸਮਝ ਕੇ ਪੜ੍ਹਨ ਦਾ ਵਿਚਾਰਨ ਦਾ ਯਤਨ ਕਰਾਂਗੇ ਤੇ ਸਾਨੂੰ ਇਹ ਗੱਲ ਪਤਾ ਲੱਗੇਗੀ ਕਿ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਸਟੈਪ ਦਰ ਸਟੈਪ, ਪ੍ਰਕਰਨ ਬਾਏ ਪ੍ਰਕਰਨ ਜੋ ਵਿਚਾਰ ਸਾਡੇ ਸਾਹਮਣੇ ਰੱਖੇ ਨੇ, ਇੱਕ ਦੂਸਰੀ ਲੜੀ ਨੂੰ ਪਰੋਂਦਿਆਂ ਹੋਇਆਂ। ਸੋ ਅੱਜ ਦੀ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਜਿਹੜੀ ਗੱਲ ਕਹਿ ਰਹੇ ਨੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਵਾਜੇ ਦੇ ਅਰਥ ਨੇ ਵੱਜਦੇ ਨੇ ਜਾਂ ਵੱਜ ਰਹੇ ਨੇ। ਪੰਚ ਸ਼ਬਦ, ਪੰਚ ਸ਼ਬਦ ਦੇ ਅਰਥ ਨੇ ਜਦੋਂ ਪੰਜ ਸਾਜ਼ਾਂ ਨੂੰ ਇਕੱਠੀਆਂ ਮਿਲਾ ਕੇ ਵਜਾਇਆ ਜਾਂਦਾ ਹੈ ਤੇ ਉਹਨਾਂ ਪੰਜ ਵੱਖ-ਵੱਖ ਸਾਜ਼ਾਂ ਦੇ ਵਿੱਚੋਂ ਜਿਹੜੀ ਧੁਨ ਨਿਕਲਦੀ ਹੈ, ਇੱਕ ਰੂਪ ਹੋ ਕਰਕੇ ਉਹ ਮਨੁੱਖੀ ਮਨ ਨੂੰ ਟੁੰਬਦੀ ਹੈ। ਉਹ ਮਨੁੱਖੀ ਮਨ ਦੇ ਉੱਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਜਦੋਂ ਉਹ ਮਨੁੱਖੀ ਮਨ ਨੂੰ ਮੋਹਿਤ ਕਰਦੀ ਹੈ ਤੇ ਫਿਰ ਮਨ ਜਿਹੜਾ ਹੈ ਉਹ ਆਨੰਦਿਤ ਹੁੰਦਾ ਹੈ, ਸਹਿਜ ਤੇ ਆਨੰਦ ਮਹਿਸੂਸ ਕਰਦਾ ਹੈ। ਆਪਾਂ ਕੋਈ ਸੰਗੀਤ ਸੁਣ ਰਹੇ ਹੋਈਏ
ਤੇ ਉਸ ਸੰਗੀਤ ਦੇ ਵਿੱਚ ਕਿੰਨੇ ਸਾਜ਼ ਵਜਾਏ ਜਾਂਦੇ ਨੇ, ਤਬਲਾ, ਢੋਲਕੀ, ਹਾਰਮੋਨੀਅਮ, ਕੀਬੋਰਡ, ਵਾਇਲਨ, ਸਿਤਾਰ, ਕਿੰਨੇ ਸਾਜ਼ ਉਹਦੇ ਵਿੱਚ ਵਜਾਏ ਜਾਂਦੇ ਨੇ। ਉਹ ਸਾਜ਼ ਤਾਂ ਵੱਖ-ਵੱਖ ਵੱਜ ਰਹੇ ਨੇ, ਪਰ ਉਹਨਾਂ ਦੀ ਜਿਹੜੀ ਧੁਨ ਹੈ ਨਾ, ਉਹ ਸਰੋਤੇ ਦੇ ਕੰਨਾਂ ਦੇ ਵਿੱਚ ਇੱਕ ਰੂਪ ਹੋ ਕੇ ਜਦੋਂ ਪੈਂਦੀ ਹੈ ਤੇ ਸਰੋਤਾ ਜਿਹੜਾ ਹੈ ਮੋਹਿਤ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ। ਸੋ ਇੱਥੇ ਪੰਜ ਸ਼ਬਦ ਦੇ ਭਾਵ ਨੇ ਆਨੰਦ। ਜਿਹੜਾ ਆਨੰਦ ਪੰਜ ਸਾਜ਼ਾਂ ਦੀ ਮਿਲਵੀਂ ਧੁਨ ਨੂੰ ਸੁਣ ਕੇ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਤਿਤ ਦੇ ਅਰਥ ਨੇ ਉਸ, ਘਰ ਦੇ ਅਰਥ ਨੇ ਹਿਰਦੇ ਰੂਪੀ ਘਰ, ਤੇ ਸੁਭਾਗੈ ਦੇ ਅਰਥ ਨੇ ਭਾਗਾਂ ਵਾਲੇ। ਸਤਿਗੁਰੂ ਜੀ ਕਹਿੰਦੇ ਨੇ ਉਸ ਭਾਗਾਂ ਵਾਲੇ ਹਿਰਦੇ ਰੂਪੀ ਘਰ ਦੇ ਵਿੱਚ ਇੱਕ ਅਨਾਦ, ਇੱਕ ਅਨਾਹਤ ਨਾਦ, ਇੱਕ ਆਨੰਦ ਜਿਹੜਾ ਹੈ ਉਹ ਵੱਜਣਾ ਸ਼ੁਰੂ ਹੋ ਜਾਂਦਾ ਹੈ। ਇੱਕ ਖੁਸ਼ੀ ਦਾ ਗੀਤ ਜਿਹੜਾ ਹੈ ਉਹ ਵੱਜਣਾ ਸ਼ੁਰੂ ਹੋ ਜਾਂਦਾ ਹੈ। ਕਿਸ ਹਿਰਦੇ ਰੂਪੀ ਘਰ ਦੀ ਗੱਲ ਹੈ, ਜਿੱਥੋਂ ਆਪਾਂ ਗੱਲ ਨੂੰ ਅੱਜ ਦੀ ਨੂੰ ਆਰੰਭ ਕੀਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਇਹ ਉਸ ਹਿਰਦੇ ਰੂਪੀ ਘਰ ਦੀ ਗੱਲ ਹੈ ਜਿਨ੍ਹਾਂ ਨੇ ਸ਼ਬਦ ਦੇ ਵਿੱਚ ਪਿਆਰ ਬਣਾ ਕੇ ਇਹ ਗੱਲ ਆਪਣੇ ਜੀਵਨ ਦੇ ਵਿੱਚ ਪ੍ਰਵਾਨ ਕਰ ਲਈ ਹੈ, ਸਾਚਾ ਨਾਮ ਮੇਰਾ ਆਧਾਰੋ। ਇਹ ਉਹਨਾਂ ਦੇ ਹਿਰਦੇ ਰੂਪੀ ਘਰ ਦੀ ਗੱਲ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਉਸ ਹਿਰਦੇ ਰੂਪੀ ਘਰ ਦੇ ਵਿੱਚ, ਉਸ ਭਾਗਾਂ ਵਾਲੇ ਹਿਰਦੇ ਰੂਪੀ ਘਰ ਦੇ ਵਿੱਚ ਇੱਕ ਨਾਦ ਵੱਜਦਾ ਹੈ, ਇੱਕ ਉਮੰਗ ਪੈਦਾ ਹੁੰਦੀ ਹੈ, ਇੱਕ ਆਨੰਦ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਸ਼ਬਦ ਦੇ ਨਾਲ ਪਿਆਰ ਬਣਦਾ ਹੈ, ਤੇ ਜਿਹੜਾ ਹਿਰਦੇ ਰੂਪੀ ਘਰ ਉਸ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ, ਸਾਚਾ ਨਾਮ ਮੇਰਾ ਆਧਾਰੋ। ਆਪਾਂ ਇਤਿਹਾਸ ਦੇ ਪੰਨਿਆਂ ਨੂੰ ਸਮਝਣ ਦਾ ਯਤਨ ਕਰੀਏ। ਵੇਖੋ ਉਹਨਾਂ ਦੇ ਜੀਵਨ ਦੇ ਅੰਦਰ ਕਿਵੇਂ ਆਨੰਦ ਪੈਦਾ ਹੁੰਦਾ ਹੈ। ਉਹਨਾਂ ਨੇ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ, ਆਧਾਰ ਬਣਾਇਆ ਹੈ, ਸ਼ਬਦ ਦੇ ਨਾਲ ਪਿਆਰ ਕੀਤਾ ਹੈ, ਸ਼ਬਦ ਦੇ ਵਿੱਚ ਉਹਨਾਂ ਦੀ ਸੁਰਤ ਜੁੜੀ ਹੈ। ਤੇ ਉਹ ਫਿਰ ਜਦੋਂ ਉਸ ਨਾਦ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਨੇ, ਜਦੋਂ ਉਸ ਆਨੰਦ ਨੂੰ ਆਪਣੇ ਜੀਵਨ ਦੇ ਵਿੱਚ ਮਾਣਦੇ ਨੇ, ਫਿਰ ਇੱਕ ਗੱਲ ਕਹਿੰਦੇ ਨੇ, ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸੋ ਸਤਿਗੁਰੂ ਜੀ ਕਹਿੰਦੇ ਨੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਲੱਗੇ, ਕਹਿਣ ਲੱਗੇ, ਘਰ ਸੁਭਾਗੈ ਸ਼ਬਦ ਵਾਜੇ। ਉਸ ਹਿਰਦੇ ਰੂਪੀ ਘਰ ਦੇ ਵਿੱਚ ਹੀ, ਜਾਂ ਆਪਾਂ ਇਉਂ ਕਹਿ ਲਈਏ ਵੀ ਉਸ ਹਿਰਦੇ ਰੂਪੀ ਘਰ ਦੇ ਵਿੱਚ, ਭਾਗਾਂ ਵਾਲੇ ਹਿਰਦੇ ਰੂਪੀ ਘਰ ਦੇ ਵਿੱਚ ਇਹ ਨਾਦ ਵੱਜਦਾ, ਇਹ ਆਨੰਦ ਪੈਦਾ ਹੁੰਦਾ ਹੈ। ਕਲਾ ਜਿਤ ਘਰ ਧਾਰੀਆ, ਜਿਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਪਰਮਾਤਮਾ ਦੀ ਸਤਾ ਟਿਕ ਜਾਂਦੀ ਹੈ। ਸਤਾ ਟਿਕਣ ਤੋਂ ਭਾਵ ਹੈ ਪਰਮਾਤਮਾ ਦੀ ਵਿਚਾਰ ਆ ਕੇ ਟਿਕ ਜਾਂਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਫਿਰ ਆਨੰਦ ਪੈਦਾ ਹੁੰਦਾ ਹੈ। ਹੁਣ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵਿਚਾਰ ਤੇ ਟਿਕੀ ਹੈ ਈਰਖਾ ਦੀ, ਤੇ ਅਸੀਂ ਚਾਹੁੰਦੇ ਹਾਂ ਵੀ ਆਨੰਦ ਪੈਦਾ ਹੋ ਜਾਵੇ। ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵਿਚਾਰ ਤੇ ਟਿਕੀ ਹੈ ਪੰਜਾਂ ਵਿਸ਼ਿਆਂ ਵਿਕਾਰਾਂ ਦੀ। ਕਿਤੇ ਕਾਮ ਦੀ ਵਿਚਾਰ ਹਿਰਦੇ ਰੂਪੀ ਘਰ ਦੇ ਵਿੱਚ ਸਤਾ ਬਣਾ ਕੇ ਬੈਠੀ ਹੈ, ਕਿਤੇ ਹੰਕਾਰ ਦੀ ਵਿਚਾਰ, ਕਿਤੇ ਲੋਭ ਦੀ ਵਿਚਾਰ। ਸੋ ਇਸ ਵਿਚਾਰ ਦੇ ਵਿੱਚੋਂ ਸਾਨੂੰ ਆਨੰਦ ਨਹੀਂ ਮਿਲੇਗਾ। ਇਸ ਵਿਚਾਰ ਦੇ ਵਿੱਚੋਂ ਅਸੀਂ
ਢਹਿੰਦੀ ਕਲਾ ਦੇ ਵਿੱਚ ਤਾਂ ਜਾ ਸਕਦੇ ਹਾਂ, ਚੜ੍ਹਦੀ ਕਲਾ ਦੇ ਵਿੱਚ ਨਹੀਂ ਜਾ ਸਕਦੇ। ਤੁਸੀਂ ਵੇਖੋ ਵੀ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਸ ਪਰਮਾਤਮਾ ਦੀ ਸਤਾ ਆ ਕੇ ਟਿਕੀ ਹੈ, ਪਰਮਾਤਮਾ ਦੀ ਵਿਚਾਰ ਆ ਕੇ ਟਿਕੀ ਹੈ, ਫਿਰ ਉਹਨਾਂ ਨੇ ਆਪਣੇ ਜੀਵਨ ਦੇ ਹਰ ਇੱਕ ਪਲ ਨੂੰ ਚੜ੍ਹਦੀ ਕਲਾ ਦੇ ਵਿੱਚ ਮਾਣਿਆ ਹੈ। ਉਹ ਤਾਂ ਫਿਰ ਆਰਿਆਂ ਦੇ ਨਾਲ ਆਪਣਾ ਆਪ ਚਿਰਵਾਉਂਦੇ ਹੋਏ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਉਹ ਫਿਰ ਆਪਣੇ ਖੋਪੜ ਲੁਹਾਉਂਦੇ ਹੋਏ ਵੀ ਚੜ੍ਹਦੀ ਕਲਾ ਦੇ ਵਿੱਚ ਨੇ, ਤੇ ਉਹ ਫਿਰ ਆਪਣੇ ਬੱਚਿਆਂ ਦੇ ਛੋਟੇ ਛੋਟੇ ਟੋਟੇ ਗਲਾਂ ਦੇ ਵਿੱਚ ਪਵਾਉਂਦੇ ਹੋਏ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਇਤਿਹਾਸ ਦੀ ਉਹ ਘਟਨਾ ਆਉਂਦੀ ਹੈ ਵੀ ਜਦੋਂ ਭਾਈ ਸ਼ਬੇਗ ਸਿੰਘ ਨੂੰ, ਸ਼ਹਿਬਾਜ਼ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ ਨੇ, ਤੇ ਭਾਈ ਸ਼ਬੇਗ ਸਿੰਘ ਜੀ ਦੇ ਸਾਹਮਣੇ ਇਹ ਆਫਰ ਰੱਖੀ ਹੈ ਵੀ ਇਹਨਾਂ ਸਿਧਾਂਤਾਂ ਨੂੰ, ਇਸ ਵਿਚਾਰ ਨੂੰ ਛੱਡ ਦੇ, ਜਿਹੜੀ ਵਿਚਾਰ ਤੂੰ ਆਪਣੇ ਜੀਵਨ ਦੇ ਵਿੱਚ ਲਈ ਬੈਠਾ ਹੈ, ਇਸ ਸੱਚ ਦੀ ਵਿਚਾਰ ਨੂੰ ਤਿਆਗ ਕੇ ਤੂੰ ਸਾਡੀ ਕੂੜ ਵਾਲੀ ਵਿਚਾਰ ਨੂੰ ਤੂੰ ਪ੍ਰਵਾਨ ਕਰ ਲੈ। ਕਿਉਂ ਆਪਣੀ ਕੁੱਲ ਦਾ ਨਾਸ਼ ਕਰ ਰਿਹਾ ਹੈ, ਕਿਉਂ ਆਪਣੇ ਘਰ ਦੀ ਬਰਬਾਦੀ ਕਰ ਰਿਹਾ ਹੈ। ਤੇ ਉੱਥੇ ਸਾਡੇ ਇਤਿਹਾਸਕ ਦਸਤਾਵੇਜ਼ ਇਹ ਗੱਲ ਸਾਨੂੰ ਦ੍ਰਿੜ ਕਰਾਉਂਦੇ ਨੇ ਵੀ ਭਾਈ ਸ਼ਬੇਗ ਸਿੰਘ ਜੀ ਨੇ ਉੱਥੇ ਬੜੀ ਪਿਆਰੀ ਇਹ ਵਿਚਾਰ ਦਿੱਤੀ ਸੀ, ਹਮ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੇ ਕਵਨ ਵਡਾਈ। ਤੇ ਅੱਜ ਵੀ ਜਿਹੜੀ ਝੂਠ ਦੀ ਸਤਾ ਹੈ ਨਾ, ਜਿਹੜੀ ਝੂਠ ਦੀ ਵਿਚਾਰ ਹੈ, ਉਹ ਸੱਚ ਨੂੰ ਹਮੇਸ਼ਾ ਇਹ ਕਹਿੰਦੀ ਹੈ, ਉਹ ਸੱਚ ਨੂੰ ਹਮੇਸ਼ਾ ਦਬਾਉਣ ਦਾ ਯਤਨ ਕਰਦੀ ਹੈ। ਉਹ ਹਮੇਸ਼ਾ ਸੱਚ ਨੂੰ ਇਹ ਕਹਿੰਦੀ ਹੈ ਕਿ ਸੱਚ ਆਪਣੀ ਵਿਚਾਰ ਛੱਡ ਕੇ ਝੂਠ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਵਾਨ ਕਰ ਲਵੇ। ਤਾਈਓ ਤਾਂ ਤੁਸੀਂ ਵੇਖੋ ਵੀ ਅੱਜ ਜਿਹੜਾ ਸੱਚ ਬੋਲਦਾ ਹੈ, ਸੱਚ ਬੋਲਣ ਵਾਲੇ ਦੇ ਉੱਤੇ ਕੇਸ ਹੁੰਦੇ ਨੇ, ਸੱਚ ਬੋਲਣ ਵਾਲੇ ਦੇ ਉੱਤੇ ਹਮਲੇ ਹੁੰਦੇ ਨੇ, ਸੱਚ ਬੋਲਣ ਵਾਲੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਸੱਚ ਬੋਲਣ ਵਾਲਾ ਜਿਹੜਾ ਹੈ ਉਹ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦਾ ਹੈ। ਮੈਂ ਰੀਸੈਂਟਲੀ ਘਟਨਾ ਆਪ ਜੀ ਨੂੰ ਯਾਦ ਕਰਾਉਣੀ ਚਾਹੁੰਦਾ, ਭਾਵੇਂ ਕਿ ਕਿਸੇ ਸਿੰਗਰ ਦੇ ਨਾਲ ਮੇਰਾ ਕੋਈ ਤਾਲੁਕਾਤ ਨਹੀਂ ਹੈ, ਕਿਉਂਕਿ ਇਹਨਾਂ ਸਿੰਗਰਾਂ ਨੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਧੱਕਿਆ। ਇਹਨਾਂ ਸਿੰਗਰਾਂ ਨੇ ਸਾਡੀ ਨੌਜਵਾਨੀ ਨੂੰ ਲੱਚਰਤਾ ਵਾਲੇ ਪਾਸੇ ਧੱਕਿਆ। ਇਹਨਾਂ ਸਿੰਗਰਾਂ ਨੇ ਸਾਡੀ ਨੌਜਵਾਨੀ ਨੂੰ ਪਤਿਤ ਪੁਣੇ ਵਾਲੇ ਪਾਸੇ ਧੱਕਿਆ। ਇਹਨਾਂ ਸਿੰਗਰਾਂ ਨੇ ਸਾਡੀਆਂ ਧੀਆਂ ਭੈਣਾਂ ਦਿਆਂ ਸਿਰਾਂ ਤੋਂ ਚੁੰਨੀਆਂ ਲਵਾ ਕੇ ਉਹਨਾਂ ਨੂੰ ਫੈਸ਼ਨ ਪ੍ਰਸਤੀ ਵਾਲੇ ਪਾਸੇ ਧੱਕਿਆ। ਬਹੁਤ ਕੁਝ ਇਹਨਾਂ ਸਿੰਗਰਾਂ ਨੇ ਪੰਜਾਬੀਅਤ ਨੂੰ, ਪੰਜਾਬ ਨੂੰ, ਸਿੱਖੀ ਨੂੰ, ਇਹਨਾਂ ਨੇ ਬਹੁਤ ਕੁਝ ਆਪਾਂ ਕਹਿ ਸਕਦੇ ਹਾਂ ਵੀ ਨੁਕਸਾਨ ਪਹੁੰਚਾਇਆ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਿਹੜੇ ਕੋਈ ਇੱਕਾ ਦੁੱਕਾ ਸੱਚ ਕਹਿ ਰਹੇ ਨੇ, ਜੇ ਉਹਨਾਂ ਨੇ ਸਮਾਂ ਪਾ ਕਰਕੇ ਅੱਜ ਸੱਚ ਬੋਲਿਆ ਹੈ, ਅੱਜ ਸੱਚ ਦਾ ਉਹਨਾਂ ਨੇ ਹੋਕਾ ਦਿੱਤਾ ਹੈ, ਉਹਨਾਂ ਨੇ ਸੱਚ ਬਿਆਨਾ ਹੈ, ਤੇ ਤੁਸੀਂ ਵੇਖੋ ਵੀ ਕਿਵੇਂ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ। ਆ ਸਿੰਗਰ ਪੰਜਾਬ ਦਾ ਰਣਜੀਤ ਬਾਵਾ, ਉਹਨੇ ਇੱਕ ਗੀਤ ਕੱਢਿਆ ਮੇਰਾ ਕੀ ਕਸੂਰ। ਹੁਣ ਉਹਦੇ ਵਿੱਚ ਜਿਹੜੀਆਂ ਚੀਜ਼ਾਂ, ਜਿਨ੍ਹਾਂ ਤੁਸੀਂ ਭੈਣ ਭਰਾਵਾਂ ਨੇ ਉਹ ਗੀਤ ਸੁਣਿਆ ਹੋਵੇਗਾ, ਉਹ ਚੀਜ਼ਾਂ ਬਿਲਕੁਲ ਸੱਚ ਬਿਆਨ ਕੀਤੀਆਂ ਨੇ। ਹਰ ਇੱਕ ਧਰਮ ਦੇ, ਹਰ ਇੱਕ ਮਤ ਦੇ ਕਰਮ ਕਾਂਡ ਨੂੰ ਉਸ ਸਿੰਗਰ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ, ਸੱਚ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਪਰ ਜਿਹੜੇ ਝੂਠ ਦੀ ਸਤਾ ਵਾਲੇ ਸਨ, ਜਿਹੜੇ ਝੂਠ ਦੀ ਵਿਚਾਰਧਾਰਾ ਵਾਲੇ ਸਨ, ਉਹਨਾਂ ਨੂੰ ਉਹ ਸੱਚ ਜਿਹੜਾ ਸੀ ਉਹ ਪ੍ਰਵਾਨ ਨਾ ਹੋਇਆ। ਕਿਵੇਂ ਵਿਰੋਧ ਹੋ ਰਿਹਾ ਹੈ,
ਕਿਵੇਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕਿਵੇਂ FIR ਦਰਜ ਕਰਾਈਆਂ ਜਾ ਰਹੀਆਂ ਨੇ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਹਮੇਸ਼ਾ ਝੂਠ ਦੀ ਸੱਤਾ ਨੇ ਸੱਚ ਦੀ ਸੱਤਾ ਨੂੰ ਦਬਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਆਨੰਦ ਦਾ ਗੀਤ, ਇਹ ਖੁਸ਼ੀ ਦਾ ਵਾਜਾ, ਇਹ ਸੁੱਖ ਦਾ ਜਿਹੜਾ ਇਹ ਇੱਕ ਉਮੰਗ ਦਾ, ਇਹ ਚਾਅ ਦਾ ਜਿਹੜਾ ਇਹ ਇੱਕ ਮਾਹੌਲ ਬਣਦਾ ਹੈ, ਇਹ ਉਸ ਦੇ ਹਿਰਦੇ ਦੇ ਵਿੱਚ ਬਣਦਾ ਹੈ ਜਿਹਦੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਸੱਤਾ ਟਿਕੀ ਹੈ। ਕਲਾ ਜਿਤ ਘਰ ਧਾਰਿਆ, ਜਿਹਦੇ ਵਿਚਾਰ ਰੱਬੀ ਗੁਣਾਂ ਵਾਲੇ ਨੇ। ਕਲਾ ਦੇ ਅਰਥ ਨੇ ਸੱਤਾ ਦੇ ਭਾਵ ਅਰਥ ਕਰਾਂਗੇ ਵਿਚਾਰ, ਜਿਹਦਿਆਂ ਵਿਚਾਰਾਂ ਦੇ ਵਿੱਚ ਸੱਚ ਹੈ, ਜਿਹਦਿਆਂ ਵਿਚਾਰਾਂ ਦੇ ਵਿੱਚ ਰੱਬੀ ਗੁਣ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ ਕਲਾ ਜਿਤ ਘਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਜਦੋਂ ਸਤਾ ਪਰਮਾਤਮਾ ਦੀ ਆ ਗਈ ਹਿਰਦੇ ਰੂਪੀ ਘਰ ਦੇ ਵਿੱਚ, ਜਦੋਂ ਵਿਚਾਰ ਪਰਮਾਤਮਾ ਵਾਲੇ ਬਣ ਗਏ, ਫਿਰ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਵਿਚਾਰਾਂ ਨੇ ਨਾ, ਇਹ ਪੰਜ ਦੂਤ ਜਿਹੜੇ ਨੇ, ਪੰਜ ਵਿਸ਼ੇ ਵਿਕਾਰ ਜਿਹੜੇ ਨੇ, ਇਹ ਵਸ ਦੇ ਵਿੱਚ ਕਰ ਲੈਣੇ ਨੇ। ਰੱਬੀ ਵਿਚਾਰਾਂ ਨੇ ਫਿਰ ਇਹਨਾਂ ਪੰਜਾਂ ਦੂਤਾਂ ਨੂੰ ਆਪਣੇ ਵਸ ਦੇ ਵਿੱਚ ਕਰ ਲੈਣਾ ਹੈ। ਅਜੇ ਕਾਮ ਵਸ ਦੇ ਵਿੱਚ ਨਹੀਂ ਹੈ, ਕਾਮ ਅਜੇ ਵਸ ਦੇ ਵਿੱਚ ਨਹੀਂ ਹੈ। ਇਹ ਤਾਂ ਇੰਨਾ ਕੁ ਆਜ਼ਾਦੀ ਦੇ ਨਾਲ ਫਿਰਦਾ ਹੈ ਕਿ ਰਸਤੇ ਦੇ ਵਿੱਚ ਤੁਰੀ ਜਾਂਦੀ ਹਰ ਇੱਕ ਧੀ ਭੈਣ ਜਿਹੜੀ ਹੈ ਉਹ ਇਸ ਨੂੰ ਆਪਣੇ ਕਾਮ ਪੂਰਤੀ ਦਾ ਇੱਕ ਸਾਧਨ ਨਜ਼ਰ ਆਉਂਦੀ ਹੈ। ਅਜੇ ਲਾਲਚ ਵਸ ਦੇ ਵਿੱਚ ਨਹੀਂ ਹੈ, ਲਾਲਚ ਵਸ ਦੇ ਵਿੱਚ ਨਹੀਂ ਹੈ। ਲਾਲਚ ਦੇ ਕਾਰਨ ਇਹ ਆਪਣਿਆਂ ਦੇ ਨਾਲ ਵੀ ਧੋਖੇ ਕਰ ਜਾਂਦਾ ਹੈ, ਠੱਗੀਆਂ ਕਰ ਜਾਂਦਾ ਹੈ। ਹੰਕਾਰ ਵਸ ਦੇ ਵਿੱਚ ਨਹੀਂ ਹੈ, ਆਜ਼ਾਦ ਫਿਰ ਰਿਹਾ ਹੈ, ਕਿਉਂਕਿ ਸਤਾ ਪਰਮਾਤਮਾ ਦੇ ਵਿਚਾਰਾਂ ਵਾਲੀ ਨਹੀਂ ਨਾ, ਸੱਚ ਵਾਲੀ ਸਤਾ ਨਹੀਂ ਹੈ। ਅਜੇ ਈਰਖਾ ਵਸ ਦੇ ਵਿੱਚ ਨਹੀਂ ਹੈ, ਸਕੇ ਭਰਾ ਦੇ ਨਾਲ ਈਰਖਾ ਕਰੀ ਜਾ ਰਿਹਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਜਿੱਦਣ ਕਲਾ ਜਿਤ ਕਰ ਧਾਰਿਆ, ਜਿੱਦਣ ਉਸ ਪਰਮਾਤਮਾ ਦੇ ਵਿਚਾਰਾਂ ਵਾਲੀ ਸਤਾ ਤੇਰੇ ਅੰਦਰ ਆ ਗਈ, ਇਸ ਹਿਰਦੇ ਘਰ 'ਚ ਆ ਗਈ, ਫਿਰ ਹੋਵੇਗਾ ਕਿ ਪੰਚ ਦੂਤ ਤੁਧ ਵਸ ਕੀਤੇ। ਫਿਰ ਇਹ ਪੰਜੇ ਦੂਤ ਜਿਹੜੇ ਨੇ ਇਹ ਵਸ ਦੇ ਵਿੱਚ ਆ ਜਾਣਗੇ। ਕਾਲ ਕੰਟਕ ਮਾਰਿਆ, ਫਿਰ ਇਸ ਵਿਚਾਰਧਾਰਾ ਨੇ, ਇਸ ਸਤਾ ਨੇ ਤੇਰੇ ਅੰਦਰੋਂ ਮੌਤ ਦਾ ਡਰ ਜਿਹੜਾ ਹੈ ਉਹ ਖਤਮ ਕਰ ਦੇਣਾ ਹੈ। ਆਤਮਿਕ ਮੌਤ, ਸਰੀਰਕ ਮੌਤ, ਹਰ ਇੱਕ ਪ੍ਰਕਾਰ ਦੀ ਮੌਤ ਦਾ ਡਰ ਤੇਰੇ ਜੀਵਨ ਦੇ ਵਿੱਚੋਂ ਖਤਮ ਕਰ ਦੇਣਾ ਹੈ। ਤੁਸੀਂ ਵੇਖੋ ਵੀ ਮਾਹੌਲ ਜਿਹੜਾ ਬਣਿਆ ਹੈ ਅੱਜ ਕਰੋਨਾ ਦੀ ਮਹਾਮਾਰੀ ਦੇ ਨਾਲ, ਹਰ ਇੱਕ ਇਨਸਾਨ ਜਿਹੜਾ ਹੈ ਉਹ ਭੈਭੀਤ ਹੈ, ਭੈਭੀਤ। ਪਰ ਜਿਨ੍ਹਾਂ ਦੀ ਹਿਰਦੇ ਰੂਪੀ ਘਰ ਦੇ ਵਿੱਚ, ਜਿਨ੍ਹਾਂ ਦੇ ਸਤਾ ਪਰਮਾਤਮਾ ਦੀ ਟਿਕੀ ਹੈ, ਵਿਚਾਰ ਪਰਮਾਤਮਾ ਵਾਲੇ ਨੇ, ਸੱਚ ਵਾਲੇ ਨੇ, ਹੁਕਮ ਵਾਲੇ ਨੇ, ਉਹ ਪ੍ਰੀਕੋਸ਼ਨਸ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਰਹੇ ਨੇ, ਉਹ ਸੇਫਟੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲ ਦੇ ਰਹੇ ਨੇ, ਕੋਈ ਸ਼ੱਕ ਨਹੀਂ। ਪਰ ਉਹਨਾਂ ਦੇ ਜੀਵਨ 'ਚ ਡਰ ਨਹੀਂ ਹੈ। ਉਹਨਾਂ ਦੀ ਵਿਚਾਰਧਾਰਾ ਇਹ ਹੈ ਵੀ ਜੋ ਹੋਵੇਗਾ ਪਰਮਾਤਮਾ ਦੇ ਹੁਕਮ ਦੇ ਵਿੱਚ ਉਹ ਵੇਖੀ ਜਾਵੇਗੀ। ਸੋ ਸਤਿਗੁਰੂ ਜੀ ਕਹਿੰਦੇ ਨੇ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ। ਸਤਿਗੁਰੂ ਜੀ ਕਹਿਣ ਲੱਗੇ ਇਹ ਪਰਮਾਤਮਾ ਦੇ ਨਾਮ ਦੇ ਵਿੱਚ ਲੱਗਦੇ ਕਿਹੜੇ ਨੇ? ਇਹ ਸਤਾ ਜਿਹੜੀ ਹੈ ਕਿਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਟਿਕਦੀ ਹੈ? ਇਹ ਵਿਚਾਰ ਕਿਹਨਾਂ ਦੇ ਜੀਵਨ ਦੇ ਅੰਦਰ ਬਣਦੇ ਨੇ? ਸੱਚ ਵਾਲੇ ਵਿਚਾਰ, ਗੁਣਾਂ ਵਾਲੇ ਵਿਚਾਰ, ਇਹ ਕਿਹਨਾਂ ਦੇ ਜੀਵਨ ਦਾ ਹਿੱਸਾ ਬਣਦੇ ਨੇ? ਧੁਰ ਕਰਮ ਪਾਇਆ ਤੁਧ ਜਿਨ ਕੋ।
ਧੁਰ ਦੇ ਅਰਥ ਨੇ ਮੁੱਢ ਤੋਂ, ਅੰਦਰੋਂ, ਤੇ ਕਰਮ ਦੇ ਅਰਥ ਨੇ ਬਖਸ਼ਿਸ਼। ਜਿਨ੍ਹਾਂ ਨੇ ਅੰਦਰੋਂ ਪਰਮਾਤਮਾ ਦੀਆਂ ਇਹਨਾਂ ਵਿਚਾਰਾਂ ਨੂੰ ਐਕਸੈਪਟ ਕੀਤਾ ਹੈ, ਉਹਨਾਂ ਦੇ ਉੱਤੇ ਫਿਰ ਮਿਹਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਸੇ ਨਾਮ ਹਰਿ ਕੈ ਲਾਗੇ, ਫਿਰ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦੇ ਨੇ। ਧੁਰ, ਧੁਰ ਦਾ ਇੱਥੇ ਅਰਥ ਉਹ ਨਹੀਂ ਜੋ ਆਮ ਸਾਡੀ ਮਾਨਸਿਕਤਾ ਦੇ ਅੰਦਰ ਜੋ ਬੈਠਾ ਹੋਇਆ ਹੈ, ਜੋ ਸਾਨੂੰ ਸਮਝਾਇਆ ਜਾਂਦਾ ਹੈ। ਧੁਰ ਦੇ ਇੱਥੇ ਅਰਥ ਨੇ ਅੰਦਰੋਂ, ਜਿਹੜੇ ਅੰਦਰੋਂ ਸੱਚ ਨੂੰ ਪ੍ਰਵਾਨ ਕਰ ਲੈਂਦੇ ਨੇ, ਜਿਹੜੇ ਅੰਦਰੋਂ ਪਰਮਾਤਮਾ ਦੇ ਇਸ ਗੁਣਾਂ ਵਾਲੇ ਇਸ ਵਿਚਾਰਧਾਰਾ ਨੂੰ ਐਕਸੈਪਟ ਕਰ ਲੈਂਦੇ ਨੇ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਸਤਿਗੁਰੂ ਜੀ ਕਹਿਣ ਲੱਗੇ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦੇ ਨੇ। ਤੇ ਅਖੀਰ ਤੇ ਕਹਿੰਦੇ ਨੇ ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਨਾਨਕ ਇਹ ਗੱਲ ਆਖਦਾ ਹੈ, ਤਾਂ ਸੁਖ ਹੋਆ, ਫਿਰ ਉਸ ਹਿਰਦੇ ਘਰ ਦੇ ਵਿੱਚ ਸੁਖ ਹੁੰਦਾ ਹੈ, ਆਨੰਦ ਹੁੰਦਾ ਹੈ। ਤੇ ਉਸ ਹਿਰਦੇ ਘਰ ਦੇ ਵਿੱਚ ਫਿਰ ਖੁਸ਼ੀ ਦੇ ਗੀਤ, ਉਹ ਅਨਹਦ ਵਾਜੇ, ਉਹ ਨਾਦ, ਉਹ ਖੇੜਾ, ਉਹ ਉਮੰਗ ਜਿਹੜੀ ਹੈ ਉਹ ਹਮੇਸ਼ਾ ਵੱਜਦੀ ਰਹਿੰਦੀ ਹੈ। ਫਿਰ ਉਹਨਾਂ ਦੇ ਜੀਵਨ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਝੋਰਾ ਨਹੀਂ, ਉਹਨਾਂ ਦੇ ਜੀਵਨ ਦੇ ਅੰਦਰ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਸਹਿਮ ਨਹੀਂ ਹੈ, ਦੁੱਖ ਨਹੀਂ ਹੈ। ਫਿਰ ਉਹ ਹਮੇਸ਼ਾ ਸੱਚ ਨੂੰ ਆਪਣੇ ਜੀਵਨ ਦੀ ਸਤਾ ਦੇ ਉੱਤੇ ਟਿਕਾ ਕੇ ਰੱਖਦੇ ਨੇ। ਸੱਚ ਦੀ ਸਤਾ, ਗੁਣਾਂ ਤੇ ਉਸ ਪਰਮਾਤਮਾ ਦੀ ਵਿਚਾਰਧਾਰਾ ਵਾਲੀ ਸਤਾ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਉੱਤੇ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਕੰਮ ਕਰਦੀ ਹੈ। ਫਿਰ ਇਸ ਸੱਚ ਦੇ ਲਈ ਉਹਨਾਂ ਨੂੰ ਭਾਵੇਂ ਜਿੱਡੀ ਮਰਜ਼ੀ ਵੱਡੀ ਕੀਮਤ ਅਦਾ ਕਰਨੀ ਪਵੇ, ਭਾਵੇਂ ਉਹਨਾਂ ਨੂੰ ਇਸ ਸੱਚ ਨੂੰ ਬੋਲਣ ਦੇ ਲਈ ਆਪਣਾ ਸਰਬੰਸ ਵੀ ਜਿਹੜਾ ਹੈ ਉਹ ਵਾਰਨਾ ਪਵੇ, ਭਾਵੇਂ ਉਹਨਾਂ ਨੂੰ ਜੇਲ੍ਹਾਂ ਕੱਟਣੀਆਂ ਪੈਣ, ਭਾਵੇਂ ਉਹਨਾਂ ਨੂੰ ਚੱਕੀਆਂ ਪੀਣੀਆਂ ਪੈਣ, ਤੇ ਭਾਵੇਂ ਉਹਨਾਂ ਨੂੰ ਤੱਤੀਆਂ ਤਵੀਆਂ 'ਤੇ ਬੈਠਣਾ ਪਵੇ, ਫਿਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਆਓ ਗੁਰੂ ਕਿਰਪਾ ਕਰੇ ਅਸੀਂ ਵੀ ਸ਼ਬਦ ਦੇ ਨਾਲ ਪਿਆਰ ਬਣਾ ਕੇ ਆਪਣੇ ਅੰਦਰ ਉਸ ਸੱਚ ਦੀ ਸਤਾ ਨੂੰ ਟਿਕਾ ਸਕੀਏ, ਰੱਬੀ ਵਿਚਾਰਧਾਰਾ ਦੀ ਸਤਾ ਨੂੰ ਟਿਕਾ ਸਕੀਏ, ਤਾਂ ਕਿ ਸਾਡੇ ਅੰਦਰ ਵੀ ਉਹ ਅਨਹਦ ਵਾਜੇ ਜਿਹੜੇ ਨੇ ਉਹ ਵੱਜਣੇ ਸ਼ੁਰੂ ਹੋ ਜਾਣ। ਸਾਡੇ ਅੰਦਰ ਵੀ ਜਿਹੜੇ ਇਹ ਪੰਚ ਦੂਤ ਨੇ, ਇਹ ਕਾਲ ਕੰਟਕ ਜਿਹੜੇ ਨੇ ਇਹ ਖਤਮ ਹੋ ਜਾਣ, ਤੇ ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।